कि जी सुरख मिर्च है ये पित्ते वास्ते जहर ते आपां दब दबा खाधी जाना तो रोकदा ही नहीं कोई हकीम तबीब मुआलज ये नहीं आखना कोई सुरख मिर्च है नहीं लब लब दा की मिजाज वाली वो गल लब लब हर आजाद आदे आदे मिजाज ने जेल दिल जिगर गुर्दे इंसानी अज़ा जेड़े भी ने अज़ाए रईसिया ने शरीफिया ने ਜਿਹੜੇ ਵੀ नफसानिया ने सिमामिया ने कोई भी ने उन्होंने आधे आधे मिजाज ਅੱਲਾਹ ਪਾਕ ਨੇ عطا ਕੀਤੀ हर मिजाज हर आज़ाद वखरा वखरा मिजाज हाँ जी ते पेनक्रियाज लब लब दा अपना मिजाज है मेरी गल होंदा भी अपना मिजाज मिजाज क्योंकि इंसानी वजूद का हिस्सा जो है फिर उनके कोई तब्दीली आवे तो उनके फंक्शन फाल डिस्टर्ब हो जाते हैं ਇਹਦੇ ਵਿੱਚ ਅਸੂਲ ਹੈ ਇਹ ਸਾਰੇ ਮੇਰੇ ਬੜਾ ਵੀ ਜਾਣਦੇ ਨੇ ਬਾਕੀ ਦੇ ਲੋਕ ਵੀ ਜਾਣਦੇ ਨੇ ਸ਼ੁਭਾ ਤੇ ਬਣਾ ਕਿ ਜਿਹੜੀ ਸੂਏ ਮਿਜ਼ਾਜ ਸਜਦੇ ਨੂੰ ਮਿਜ਼ਾਜ ਦਾ ਤਬਦੀਲ ਫੌਰੀ ਹੋ ਜਾਣ ਸੂਏ ਮਿਜ਼ਾਜ ਨੂੰ ਭਾਵੇਂ ਉਹ ਤਬਦੀਲੀ ਗਿਜ਼ਾ ਦੇ ਜ਼ਰੀਏ ਭਾਵੇਂ ਦਵਾ ਦੇ ਜ਼ਰੀਏ ਭਾਵੇਂ ਕਿਸੇ ਲਿਕਵਿਡ ਦੇ ਜ਼ਰੀਏ ਉਹ ਸੂਏ ਮਿਜ਼ਾਜ ਇਹਦਾ ਵੀ ਹੋ ਸਕਦਾ ਹੈ ਕੋਈ ਐਸੀ ਚੀਜ਼ ਖਾਵਣ ਨਾਲ ਕੋਈ ਐਸਾ ਮੈਡੀਸਨ ਖਾਵਣ ਦੇ ਨਾਲ ਇਹਦਾ ਮਿਜ਼ਾਜ ਤਬਦੀਲ ਫੌਰੀ ਹੋ ਜਾਂਦਾ ਹੈ तो फौरी शुगर हो ਇਹ जाती ਕੰਮ ਛੱਡ ਜਾਂਦਾ ਹੈ। ਬਸ ਇਹ ਕੰਮ ਛੱਡ ਗਿਆ ਤੇ ਸ਼ੂਗਰ ਹੋ ਜਾਂਦੀ तो फिर दोबारा रिस्टोर हो जाता फिर ਉਹ ਨਹੀਂ ਹੈ ਨਾ ਕਿ ਜਿਸ ਤਰ੍ਹਾਂ ਉਹਦਾ ਲਬ ਲਬੇ ਦਾ ਮਿਜ਼ਾਜ ਤਬਦੀਲ ਕੀਤਾ ਗਿਆ ਹੈ उन्हें वापस ਉਸੇ ਤਰ੍ਹਾਂ ਹੀ ਉਹਨੂੰ ਤਬਦੀਲ ਕਰ ਦੇ ਵਾਪਸ ਕੀਤਾ ਜਾਂਦਾ ਹੈ तो फिर अपनी इंसुलिन बनाने लग जाएगा ਅਗੇ ਚੱਲੀ ਤਾਂ ਫੈਕਟਰੀ ਹੈ ਨਾ ਜੀ ਹਾਂ। ਪ੍ਰੋਡਿਊਸ ਕਰਦੀ ਇਨਸੂਲਿਨ ਤੇ ਉਹ ਆਪਣਾ ਕੰਮ ਸ਼ੁਰੂ ਕਰ ਲੈਂਦੀ ਇਹ ਟਾਈਪ 2 ਦੇ ਵਿੱਚ ਇਹੋ ਚੀਜ਼ ਟਾਈਪ 1 ਦੇ ਵਿੱਚ ਵੀ ਥੋੜਾ ਜਿਹਾ ਦਾ ਫਰਕ ਹੈ ਕਿ ਉਹ ਥੋੜਾ ਜਿਹਾ ਉਹਨੂੰ ਜੀਨਸ ਦੇ ਵਿੱਚ ਉਹਦੇ ਸਿਲਸਿਲਾ ਹੁੰਦਾ ਹੈ ਉਹਦਾ ਵਾਲਦਾ ਦੀ ਥਰੂ ਉਹਨੂੰ ਇਹ ਸਿਲਸਿਲਾ ਆਇਆ ਹੁੰਦਾ ਜਾਂ ਵਾਲਦ ਦੀ ਤੁਖਮ through ਆਇਆ ਹੁੰਦਾ ਉਹ ਇਲਮ ਤਵਾਰਸ ਦੇ ਜ਼ਰੀਏ ਉਹਦੇ 'ਚ ਤਬਦੀਲੀ ਨਹੀਂ ਤੁਸੀਂ ਕਹਿੰਦੇ ਵੀ ਜਿਹੜਾ ਟਾਈਪ 1 ਨਾਲ ਹੋਵੇ ਉਹਨੂੰ ਕੋਈ ਇੱਕ ਕੋਰਸ ਤੁਸੀਂ ਇਜ਼ਾਫੀ ਕਰਾਉਂਦੇ ਜੀ ਜੀ ਹਾਂ ਉਹਦਾ ਇੱਕ ਸ਼ੂਗਰ ਦਾ ਉਹਦਾ ਇੱਕ ਕੋਰਸ ਇਜ਼ਾਫੀ ਹੈ ਤੇ ਜਿਹੜਾ ਟਾਈਪ 2 ਹੈ ਉਹਦਾ ਇੱਕ ਕੋਰਸ ਘੱਟ ਹੈ ਨਹੀਂ ਅਗਰ ਕੋਈ ਬੰਦਾ ਇਨਸੂਲਿਨ ਲਗਾਉਂਦਾ ਹੈ ਭਾਵੇਂ 10 ਸਾਲ ਤੋਂ ਲਗਾਉਂਦਾ ਇਨਸੂਲਿਨ ਉਹ ਵੀ ਉਹਦਾ ਵੀ ਹੱਲ ਹੈ ਇਨਸੂਲਿਨ ਦਾ ਇੱਕ ਐਸਾ ਇੱਕ ਉਹਦਾ ਸਿਸਟਮ ਰੱਖਿਆ ਹੈ ਜਿਹੜੇ ਲੋਕ ਜਿਹੜੇ ਬੰਦੇ 6 ਮਹੀਨੇ ਤੋਂ ਜ਼ਿਆਦਾ ਇਨਸੂਲਿਨ ਇੰਜੈਕਟ ਕਰ ਚੁੱਕੇ ਨੇ ਉਹਨਾਂ ਲੋਕਾਂ ਨੂੰ ਅਸੀਂ 3 ਕੋਰਸ ਕਰਵਾਉਣੇ ਆ ਕਿਉਂਕਿ ਉਹ ਹੱਟ ਤੇ ਵਾਪਸ ਟਾਈਪ 1 ਨੇ ਚਲੇ ਜਾਂਦੇ ਅੱਛਾ 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 ਹੁਣ ਵੇਖ ਲਓ ਇਹਨਾਂ ਦੀ ਤਹਿਕੀਕ ਤਸਦੀਕ ਹੈ ਕਿ ਮਸਨੂਈ ਚੀਜ਼ ਖਾਵਣ ਦੇ ਨਾਲ ਹੁਣ ਇਨਸੂਲਿਨ ਦਾ ਲਬਲਬੇ ਦਾ ਮਿਜ਼ਾਜ ਤਬਦੀਲ ਕਰਦੀ ਹੈ ਜਿਹੜਾ ਟਾਈਪ 2 ਵਾਲਾ ਇਨਸੂਲਿਨ ਇੰਜੈਕਟ ਕਰ ਲਵੇ 6 ਮਹੀਨੇ ਇਹ ਮੈਂ ਲਿਖ ਤੇ ਦੇਣਾ ਉਹ ਬੰਦਾ ਟਾਈਪ 1 ਨੇ ਚਲਾ ਜਾਂਦਾ ਹੈ ਕਿ ਉਹਦਾ ਲਬਲਬਾ ਮੁਕੰਮਲ ਤੌਰ ਤੇ ਕੰਮ ਛੱਡ ਗਿਆ ਠੀਕ ਠੀਕ ਆਪਣੀ 1% ਵੀ ਆਪਣੀ ਇਨਸੂਲਿਨ ਨਹੀਂ ਬਣਾ ਨੇਚਰਲੀ ਨਹੀਂ ਪੈਦਾ ਠੀਕ ਚਾਹੇ ਇਹਨੂੰ ਕਿਸੇ ਡਾਕਟਰ ਕੋਲ ਪੁੱਛ ਲੈਣ ਕਿਉਂਕਿ ਡਾਕਟਰਾਂ ਤੇ ਜ਼ਿਆਦਾ ਯਕੀਨ ਕੀਤਾ ਤੇ ਹੈ ਜਿਹੜੇ ਲੋਕ ਐਲੋਪੈਥਿਕ ਦੀ ਗੋਲੀਆਂ ਖਾਂਦੇ ਨੇ ਇਹਨਾਂ ਦੇ ਕੀ ਸਾਈਡ ਇਫੈਕਟ ਹੁੰਦੇ ਉਹ ਵੀ ਮਿਜ਼ਾਜ ਨੂੰ ਤਬਦੀਲ ਕਰਦੀਆਂ ਨੇ ਖੂਨ ਵੀ ਗਾੜਾ ਕਰਦੇ ਜਮਾ ਮਿਜ਼ਾਜਾਂ ਨੂੰ ਨਾ ਇੱਕੋ ਚੀਜ਼ ਖੂਨ ਥਿਕ ਵੀ ਉਹ ਕਰਦੀਆਂ ਨੇ ਤੇ ਵਾਈਟ ਸੈੱਲ ਵੀ ਘਟਾਉਂਦੀਆਂ ਨੇ ਲੋਕਾਂ ਦੇ ਵਾਈਟ ਸੈੱਲ ਵੀ ਘਟ ਜਾਂਦੇ ਨੇ ਖੂਨ ਥਿਕ ਗਾੜਾ ਵੀ ਕਰਦੀਆਂ ਨੇ ਔਰ ਉਹਨਾਂ ਦੀ ਜਿਹੜੀਆਂ ਵੇਨਾਂ ਨੇ ਵੇਨਾਂ ਦੇ ਵਿੱਚ ਜਿਹੜੀ LDL ਕੋਲੇਸਟ੍ਰੋਲ ਹੈ ਉਹਦੀ ਮਿਕਦਾਰ ਨੂੰ ਵਧਾ ਦੇ ਗਾੜਾ ਜੋ ਕਰੇ ਮੂੰਹ ਤੰਗ ਹੋ ਜਾਂਦਾ ਔਰ ਵੇਨ ਚਿਪਾਟ ਜਿਹੜੀ ਹੈ ਉਹਦੀ ਉਹ ਬਿਲਕੁਲ ਜ਼ਿਆਦਾ ਹੋ ਜਾਂਦੀ ਉਹਦੀ ਵਜ੍ਹਾ ਤੋਂ ਉਹ ਲੋਕ ਕੋਲੇਸਟ੍ਰੋਲ ਦੇ ਮਰੀਜ਼ ਔਰ ਉਹਨਾਂ ਦਾ ਸ਼ੂਗਰ ਲੈਵਲ ਹਾਈ ਹੀ ਰਹਿੰਦਾ ਹੈ ਚਾਹੇ ਟਾਈਪ 1 ਵਿੱਚ ਨੇ ਤੇ ਚਾਹੇ ਟਾਈਪ 2 ਵਿੱਚ ਟਾਈਪ 1 ਵਾਲੇ ਦਾ ਤਾਂ ਹਾਈ ਰਹਿਣਾ ਹੈ ਗੱਲ ਟਾਈਪ 2 ਵਾਲੇ ਦੀ ਹੈ ਕਿ ਉਹਨਾਂ ਦੇ ਵੇਨਾਂ ਦੇ ਵਿੱਚ ਜਿਸੇ LDL ਕੋਲੇਸਟ੍ਰੋਲ ਜ਼ਿਆਦਾ ਹੋਣਾ ਹੈ ਤੇ ਉਹਨਾਂ ਦਾ ਸ਼ੂਗਰ ਲੈਵਲ ਥੱਲੇ ਆ ਸਕਦਾ ਹੀ ਨਹੀਂ ਉਹ ਇਨਸੂਲਿਨ ਵੀ ਲਾਉਂਦੇ ਨੇ ਗੋਲੀਆਂ ਵੀ ਖਾਂਦੇ ਨੇ ਲੇਕਿਨ ਤਾਂ ਵੀ 250 300 ਖਾਲੀ ਪੇਟ ਹੁਣ ਗੁਰਦਿਆਂ ਤੇ ਵੀ ਅਸਰ ਕੀਤਾ ਮੇਰੀ ਗੱਲ ਹੈ ਮੁਝੇ ਸੇ ਇੰਨੀ ਮੈਡੀਸਨ ਲੈਣੀ ਹੈ ਇੰਨਾ ਸਟੀਰਾਇਡ ਲੈਣਾ ਹੈ ਉਹਨੇ ਤੁਹਾਡੇ ਗੁਰਦੇ ਤਾਂ ਫੇਲ ਕਰ ਦੇਣੇ ਅੱਛਾ ਇਹ ਵਜ੍ਹਾ ਹੈ ਬਾਤ ਕਹਤ ਨਾ ਕਿ ਇਹ ਲੋਕਾਂ ਨੇ ਇਨਸੂਲਿਨ ਦੇ ਜ਼ਰੀਏ ਜਾਂ ਟੈਬਲੇਟ ਦੇ ਜ਼ਰੀਏ ਸ਼ੂਗਰ ਨੂੰ ਮੇਨਟੇਨ ਰੱਖਾ ਹੁੰਦਾ ਹੈ ਯਾਨੀ ਕਿ ਕੰਟਰੋਲ ਨਾਰਮਲ ਰੱਖਾ ਹੁੰਦਾ ਉਹਦੇ ਬਾਵਜੂਦ ਵੀ ਉਹਨਾਂ ਦੇ ਤਲੀਆਂ ਜਲਦੀਆਂ ਨੇ ਲੱਤਾਂ ਦਰਦ ਕਰਦੀਆਂ ਨੇ ਪੱਠੇ ਦਰਦ ਕਰਦੇ ਨੇ ਉਹ ਕੀ ਵਜ੍ਹਾ ਹਾਲਾਂਕਿ ਸ਼ੂਗਰ ਤਾਂ ਨਾਰਮਲ ਰੱਖਿਆ ਹੁੰਦਾ ਉਹਨਾਂ ਹੁਣ ਵੇਖੋ ਨਾ ਜਿਹੜੀ ਇਨਸੂਲਿਨ ਲਾਉਂਦੇ ਨੇ ਜ਼ਿਆਦਾ ਲੋਕ 40 ਪੁਆਇੰਟ ਸੁਬਾ ਜਾਂ 20 ਸ਼ਾਮ 30 ਸੁਬਾ 40 ਸ਼ਾਮ ਨੂੰ ਜਾਂ ਇਸ ਤੋਂ ਵੀ ਜ਼ਿਆਦਾ ਕੋ ਲਾਉਂਦੇ ਨੇ ਉਹਨਾਂ ਲੋਕਾਂ ਦੇ ਵਾਈਟ ਸੈੱਲ ਖਤਮ ਹੋ ਚੁੱਕੇ ਹੁੰਦੇ ਨੇ ਖੂਨ ਗਾੜਾ ਮਸਨੂਈ ਇਨਸੂਲਿਨ ਕਰ ਰਹੀ ਹੁੰਦੀ ਹੈ
ਉਹ ਖੂਨ ਗਾੜੇ ਹੋਣ ਦੀ ਵਜ੍ਹਾ ਤੋਂ ਉਹਨਾਂ ਦੀਆਂ ਤਲੀਆਂ ਪੈਰਾਂ ਦੀਆਂ ਸੜਦੀਆਂ ਨੇ, ਕਿਉਂਕਿ ਉਹਨਾਂ ਦਾ ਸ਼ੂਗਰ ਲੈਵਲ ਤਾਂ ਥੱਲੇ ਆਉਣਾ ਨਹੀਂ ਹੈ। ਉਹਨਾਂ ਦੇ ਕੋਲੇਸਟ੍ਰੋਲ ਦੇ ਜ਼ਿਆਦਾ, LDL ਕੋਲੇਸਟ੍ਰੋਲ ਹੋਣ ਦੇ ਜ਼ਿਆਦਾ ਜਾਂ ਟ੍ਰਾਈਗਲਾਈਸਰਾਈਡ ਦੇ ਹੋਣ ਦੀ ਵਜ੍ਹਾ ਤੋਂ ਜਿਹੜੀਆਂ ਇਹ ਵੇਨਾਂ ਦੇ ਵਿੱਚ ਚੀਜ਼ ਪੈਦਾ ਹੁੰਦੀ ਨਾ, ਟ੍ਰਾਈਗਲਾਈਸਰਾਈਡ ਦਾ ਮਸਲਾ ਹੁੰਦਾ ਹੈ। ਉਹਨਾਂ ਦਾ ਫੈਟੀ ਜਿਗਰ ਹੋ ਜਾਂਦਾ ਹੈ। ਜਿਗਰ ਫੈਟੀ ਕਿਉਂ ਹੁੰਦਾ ਹੈ? ਇਹ ਸਟੀਰਾਇਡ ਲਵਣ ਦੇ ਨਾਲ ਹੈ। ਚਾਹੇ ਕੋਈ ਗੋਲੀਆਂ ਤਾਂ ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹਨਾਂ ਦੇ ਵਿੱਚ ਜਿਹੜੇ ਚੀਜ਼ਾਂ ਪਾਈਆਂ ਜਾਂਦੀਆਂ ਨੇ ਉਹ ਤੁਹਾਡਾ ਕੋਲੇਸਟ੍ਰੋਲ ਲੈਵਲ ਵਧਾਉਂਦੀਆਂ ਨੇ, ਉਹ ਤੁਹਾਨੂੰ ਟ੍ਰਾਈਗਲਾਈਸਰਾਈਡ ਦਾ ਮਰੀਜ਼ ਕਰਦੀਆਂ ਨੇ, ਉਹ ਤੁਹਾਡਾ ਜਿਗਰ ਫੈਟੀ ਕਰਦੀਆਂ ਨੇ, ਤੁਹਾਡੇ ਖੂਨ ਦੇ ਵਿੱਚ ਚਿਕਨਾਹਟ ਦੀ ਮਿਕਦਾਰ ਵਧਦੀ। ਠੀਕ। ਔਰ ਇਹੋ ਹੀ ਵਜ੍ਹਾ ਹੈ ਕਿ ਜਿਹੜੀ ਤੁਹਾਡਾ ਸ਼ੂਗਰ ਲੈਵਲ ਥੱਲੇ ਨਹੀਂ ਆਉਂਦਾ, ਚਾਹੇ ਇਨਸੂਲਿਨ ਲਾਉਂਦੇ ਨੇ ਤੇ ਨਾਲ ਗੋਲੀਆਂ ਵੀ ਖਾਂਦੇ ਨੇ, ਤੁਹਾਡਾ ਇਹ ਥੱਲੇ ਨਹੀਂ ਆਉਂਦਾ। ਇਹ ਵਜ੍ਹਾ ਫਿਰ ਅਗਾ ਸ਼ੂਗਰ ਤੋਂ ਹੋਗਾ ਨਾ, ਦਿਲ ਦੇ ਮਰਾਜ਼ ਵੱਧ ਜਾਂਦੇ ਨੇ, ਫਾਲਜ ਦੇ ਖਤਰੇ। ਥੋੜੇ ਦਾ ਇੱਕ ਹੋਰ ਵੀ ਹੈ ਕਿ ਇਨਸੂਲਿਨ ਲਾਉਣ ਵਾਲੇ ਬੰਦੇ ਦਾ ਫਾਲਜ ਤੇ ਹਾਰਟ ਅਟੈਕ ਇਹ ਲਿਖੀ ਪੜੀ ਗੱਲ ਹੈ ਕਿ ਉਸ ਬੰਦੇ ਨੂੰ ਜ਼ਰੂਰ ਬਿਲਕੁਲ ਕਿਉਂਕਿ ਅਸਾਬੀ ਨਿਜ਼ਾਮ ਮੁਤਾਸਰ ਹੋਇਆ। ਅਸਾਬੀ ਨਿਜ਼ਾਮ ਉਹਦਾ ਮੁਤਾਸਰ ਹੈ, ਉਹਦੀਆਂ ਵੇਨਾਂ ਜਿਹੜੀਆਂ ਚਿਪਾਟ ਗਈਆਂ ਨੇ, ਅਸਾਬ ਕਮਜ਼ੋਰ ਹੋ ਗਏ ਨੇ, ਸੁੱਕੜ ਗਏ ਨੇ, ਉਹਨਾਂ ਦੇ ਵਿੱਚ ਖੂਨ ਦੀ ਫਸ਼ਾਰਤ ਜਿਹੜੀ ਹੈ ਘਟ ਗਈ, ਉਹ ਜ਼ੋਰ ਮਾਰਦਾ ਹੈ ਦਿਲ ਬਾਰ-ਬਾਰ, ਔਰ ਇਹ ਇਨਸੂਲਿਨ ਖੂਨ ਨੂੰ ਗਾੜਿਆਂ ਕਰਦੀ ਹੈ। ਉਹ ਦਿਲ ਦਾ ਅਟੈਕ ਜਾਂ ਫਾਲਜ ਦਾ ਉਹਦਾ ਲਿਖੀ ਪੜੀ ਗੱਲ ਹੈ, ਉਹਦਾ ਤਸੱਲੀ ਹੈ। ਮੁੜੇ ਜੋ ਖੂਨ ਠੰਡਾ ਵੀ ਨਾਲ ਨਾਲ ਹੋ ਰਿਹਾ, ਮੁੜ ਨਾਲ ਜਿਹੜਾ ਬੰਦਾ ਗੋਲੀ ਖਾਂਦਾ ਉਹਦੀ ਵੀ ਲਿਖੀ ਪੜੀ ਗੱਲ ਹੈ ਕਿ ਉਹ ਬੰਦਾ ਗੁਰਦਿਆਂ ਤੋਂ ਫਾਰਗ ਹੋ ਜਾਂਦਾ। ਹਾਂਜੀ, ਜਿਗਰ ਵੀ ਇਨਸੂਲਿਨ ਖਰਾਬ ਕਰਦੀ ਨੇ, ਗੋਲੀਆਂ ਜਿਗਰ ਵੀ ਖਰਾਬ ਕਰਦੀਆਂ ਨੇ, ਔਰ ਨਾਲ ਇਹ ਉਸ ਬੰਦੇ ਦੇ ਗੁਰਦੇ ਵੀ ਖਰਾਬ ਕਰਦੇ। ਮੇਦਾ ਤਾਂ ਪਹਿਲਾਂ ਹੀ ਖਰਾਬ ਹੋ ਜਾਂਦਾ। ਮੇਦਾ ਤਾਂ ਮੁੜ ਕਿਉਂਕਿ ਉਹਦਾ ਜਿਸ ਨਿਜ਼ਾਮ ਹੈ ਗਲੂਕੋਗੋਨ ਸਿਸਟਮ ਹੁੰਦਾ ਹੈ ਹੀ ਨਹੀਂ, ਲਬਲਬਾ ਤੁਹਾਡਾ ਕੰਮ ਕਰ ਹੀ ਨਹੀਂ ਰਿਹਾ, ਉਹ ਕੈਮੀਕਲ ਉੱਥੇ ਪਹੁੰਚ ਨਿਜ਼ਾਮ ਹਜ਼ਮ ਵਿੱਚ ਰਿਹਾ ਹੀ ਨਹੀਂ, ਐਸਿਡ ਪੈਦਾ ਹੋ ਰਿਹਾ ਹੈ, ਤੇਜ਼ਾਬੀਅਤ ਗੈਸ ਪੈਦਾ ਹੋ ਰਹੀ ਹੈ, ਤੇ ਉੱਥੇ ਉਹ ਤਾਂ ਨਿਜ਼ਾਮ ਹਜ਼ਮ ਤਾਂ ਆਟੋਮੈਟਿਕਲੀ ਖਰਾਬ ਹੋਣਾ ਹੈ ਨਾ ਜੀ। ਇਹਦੇ ਤਾਂ ਮੈਂ ਪਤਾ ਨਹੀਂ ਕਿੰਨੇ ਅਸਬਾਬ ਤੁਹਾਨੂੰ ਗਿਣਾ ਸਕਦਾ ਕਿ ਜਿਹੜੇ ਇਹ ਮੈਡੀਕਲ ਆੜੀ ਦਵਾਈਆਂ ਖਾਵਣ ਦੇ ਨਾਲ, ਐਲੋਪੈਥਿਕ ਖਾਵਣ ਦੇ ਵਜ੍ਹਾ ਤੋਂ ਇਹ ਸਿਲਸਿਲਾ ਨਾ ਤਾਂ ਨਾਂ ਨਹੀਂ ਲੈ ਸਕਦਾ, ਕਿਉਂਕਿ ਨਾਂ ਤੇ ਮੁੜ ਚਾਹੇ ਕਦਗਨ ਲਗਾਈਆਂ ਜਾਂਦੀਆਂ, ਲੇਕਿਨ ਐਸੀਆਂ ਹੈ ਦਵਾਈਆਂ ਜਿਨ੍ਹਾਂ ਦੇ ਵਿੱਚ ਇਹ ਤੁਹਾਡਾ ਖੂਨ ਗਾੜਾ ਵੀ ਹੁੰਦਾ ਹੈ, ਤੁਸੀਂ ਟ੍ਰਾਈਗਲਾਈਸਰਾਈਡ ਦੇ ਮਰੀਜ਼ ਵੀ ਹੁੰਦੇ ਨੇ, ਕੋਲੇਸਟ੍ਰੋਲ ਦੇ ਵੀ ਮਰੀਜ਼ ਹੁੰਦੇ ਨੇ, ਦਿਲ ਦੇ ਵੀ ਮਰੀਜ਼ ਹੁੰਦੇ ਨੇ।